ਪਿਛਲੇ ਦਿਨੀਂ ਸੰਤ ਸਮਾਜ ਜਿਸ ਵਿੱਚ ਉਦਾਸੀ ਨਿਰਮਲੇ ਕਾਰ ਸੇਵਾ ਵਾਲੇ ਤੇ ਨਿਹੰਗ ਸਿੰਘਾਂ ਸਮੇਤ ਹੋਰ ਕਈ ਸੰਪਰਦਾਵਾਂ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਸਾਰੇ ਸੰਤ ਸਮਾਜ ਵੱਲੋਂ ਫੈਸਲਾ ਦਿੱਤਾ ਗਿਆ ਸੀ ਕਿ ਉਹ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਬਸਪਾ ਦੇ ਗੱਠਜੋੜ ਨੂੰ ਹਮਾਇਤ ਦੇਣਗੇ। ਜਿਸ ਤੋਂ ਬਾਅਦ ਦਮਦਮੀ ਟਕਸਾਲ ਤਲਵੰਡੀ ਬਖਤਾ ਦੇ ਸੇਵਾਦਾਰ ਭਾਈ ਲਹਿਣਾ ਸਿੰਘ ਵੱਲੋਂ ਇਹਨਾਂ ਸਾਰੇ ਸੰਤ ਸਮਾਜ ਨੂੰ ਆੜੇ ਹੱਥੀਂ ਲਿਆ ਗਿਆ ਅਤੇ ਪ੍ਰੈਸ ਵਾਰਤਾ ਕਰ ਇਹਨਾਂ ਸਾਰੇ ਸੰਤ ਸਮਾਜ ਅਤੇ ਕਾਰ ਸੇਵਾ ਅਤੇ ਨਿਰਮਲੇ ਅਤੇ ਨਿਹੰਗ ਸਿੰਘਾਂ ਸਮੇਤ ਹੋਰ ਕਈ ਸੰਪਰਦਾਵਾਂ ਤੇ ਸ਼ਬਦੀ ਹਮਲੇ ਕੀਤੇ। ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਇਹਨਾਂ ਸੰਤ ਸਮਾਜ ਦੇ ਵਿੱਚੋਂ ਹਰਨਾਮ ਸਿੰਘ ਧੂਮਾ ਜੋ ਅਕਾਲੀ ਬਸਪਾ ਗੱਠਜੋੜ ਨੂੰ ਹਮਾਇਤ ਦੇਣ ਦੀ ਗੱਲ ਕਰ ਰਹੇ ਹਨ, ਇਹਨਾਂ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ 2012 ਦੇ ਵਿਧਾਨ ਸਭਾ ਚੁਣਾਵ ਤੋਂ 3 ਦਿਨ ਪਹਿਲਾਂ ਰਾਮ ਰਹੀਮ ਦੇ ਮਾਮਲੇ ਸ਼੍ਰੋਮਣੀ ਅਕਾਲੀ ਦਲ ਨੇ ਕੇਸ ਵਾਪਸ ਲਿਆ ਸੀ, ਉਦੋਂ ਇਹਨਾਂ ਸੰਤ ਸਮਾਜ ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਹਿਸਾਬ ਕਿਉਂ ਨਹੀਂ ਮੰਗਿਆ? ਅਤੇ ਉਸ ਦੇ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਸਿੱਖ ਪੰਥ ਨੂੰ ਲੈ ਕੇ ਆਪਣੀਆਂ ਮਨਮਰਜ਼ੀਆਂ ਕਰਦਾ ਸੀ, ਉਦੋਂ ਸੰਤ ਸਮਾਜ ਕਿੱਥੇ ਸੀ? ਉਦੋਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਹਿਸਾਬ ਕਿਉਂ ਨਹੀਂ ਮੰਗਿਆ? ਇਸ ਦੇ ਨਾਲ ਹੀ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜਦੋਂ ਸਿੱਖ ਜਥੇਬੰਦੀਆਂ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ ਸ਼੍ਰੋਮਣੀ ਕਮੇਟੀ ਦੇ ਬਾਹਰ ਧਰਨੇ ਪ੍ਰਦਰਸ਼ਨ ਕਰ ਰਹੀਆਂ ਸਨ, ਉਦੋਂ ਇਹ ਸੰਤ ਸਮਾਜ ਕਿੱਥੇ ਸੀ? ਫਾਈ ਨਿਊਜ਼ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਦੇਸ਼ ਤੇ ਵਿਦੇਸ਼ ਵਿੱਚ ਸੰਗਤਾਂ ਸੁਣ ਰਹੀਆਂ ਨੇ, ਸਭ ਦੇ ਚਰਨਾਂ ਵਿੱਚ ਸਿਮਰ ਬੇਨਤੀ ਕਰ ਰਹੇ ਹਾਂ। ਤੁਸੀਂ ਸਵਾਲ ਪੁੱਛਿਆ ਵੀ ਸੰਤ ਸਮਾਜ ਦਾ ਹਿੱਸਾ ਤੁਸੀਂ ਕਰ ਰਹੇ ਹੋ। ਦੇਖੋ, ਜਿਹੜਾ ਸੰਤ ਹੁੰਦਾ ਹੈ, ਸੰਤ ਸਮਾਜ ਹੁੰਦਾ, ਉਹ ਸਭ ਦਾ ਸਾਂਝਾ ਹੁੰਦਾ। ਉਹ ਇਲੈਕਸ਼ਨ ਦੇ ਮੌਕੇ 'ਤੇ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਕਰਦਾ। ਔਰ ਖ਼ਾਸ ਕਰਕੇ ਜਿਹੜੀ ਪਾਰਟੀ ਪੰਥ ਦੀ ਸ਼ਕਤੀ ਲੈ ਕੇ ਅਤੇ ਪੰਥ ਦੇ ਉਲਟ ਕਾਰਜ ਕਰ ਚੁੱਕੀ ਹੋਵੇ, ਤੁਸੀਂ ਸਭ ਜਾਣਦੇ ਹੋ। ਇਸ ਕਰਕੇ ਸੰਤ ਸਮਾਜ ਕਿਸੇ ਵੀ ਪਾਰਟੀ ਦੇ ਉਲਟ ਜਾਂ ਉਹਦੇ ਹੱਕ ਵਿੱਚ ਇੱਦਾਂ ਦੀ ਬਿਆਨਬਾਜ਼ੀ ਨਹੀਂ ਕਰ ਸਕਦਾ। ਸੰਤ ਸਮਾਜ ਦਾ ਕੰਮ ਆ, ਕਿਉਂਕਿ ਸੰਤ ਸਮਾਜ ਦਾ ਨਾਮ ਰੱਖਿਆ ਗੁਰਮਤਿ ਸਿਧਾਂਤ ਪ੍ਰਚਾਰਕ। ਇਹ ਕੋਈ ਗੁਰਮਤਿ ਦੀ ਗੱਲ ਨਹੀਂ ਹੋ ਰਹੀ ਵੀ ਫਲਾਣਿਆਂ ਨੂੰ ਵੋਟਾਂ ਪਾਓ, ਫਲਾਣਿਆਂ ਨੂੰ ਵੋਟਾਂ ਨਾ ਪਾਓ, ਫਲਾਣਿਆਂ ਦੀ ਹਮਾਇਤ ਕਰੋ। ਸੰਤ ਦਾ ਕੰਮ ਹੈ, ਜਿਹੜਾ ਵੀ ਉਹਦੀ ਸੰਗਤ ਵਿੱਚ ਆਉਂਦਾ ਕੋਈ ਵੀ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ, ਉਹਨੂੰ ਪਰਮੇਸ਼ਰ ਨਾਲ ਜੋੜਨਾ। ਵਾਪਰਿਆ ਪ੍ਰੈਸ ਕਾਨਫਰੰਸ ਦੇ ਦੌਰਾਨ ਤੁਸੀਂ ਇਹਦੇ ਨਾਲ ਸਹਿਮਤ ਹੋ? ਬਿਲਕੁਲ। ਅਸੀਂ ਜਿੰਨੀਆਂ ਵੀ ਸੰਗਤਾਂ ਮੌਜੂਦਾ ਮੁਖੀ ਵੱਲੋਂ ਲਿਆ ਗਿਆ ਐਕਸ਼ਨ, ਹਾਂ, ਇਹਦਾ ਹੀ ਬਿਲਕੁਲ ਡਟ ਕੇ ਵਿਰੋਧ ਕਰਦੇ ਹਾਂ। ਬਿਲਕੁਲ ਗਲਤ ਫੈਸਲਾ ਵਾ। ਕਿਉਂਕਿ ਮੈਂ ਬੇਨਤੀ ਕਰਨੀ ਚਾਹੁੰਦਾ, ਸੰਤ ਸਮਾਜ ਜਦੋਂ ਵੀ ਕਿਤੇ ਬਾਦਲ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ, ਉਹਦੇ ਥੱਲਿਓਂ ਕੋਈ ਸਿੰਘਾਸਨ ਨਿਕਲਦਾ, ਇਹ ਸੰਤ ਸਮਾਜ ਉੱਠ ਕੇ ਖੜਾ ਹੋ ਜਾਂਦਾ ਉਸੇ ਵੇਲੇ। ਮੈਂ ਸੰਤ ਸਮਾਜ, ਫਿਰ ਮੈਂ ਸਵਾਲ ਕਰ ਰਿਹਾ, ਇਹ ਬਾਬਾ ਹਰਨਾਮ ਸਿੰਘ ਜੀ ਵਾਲਾ ਜਿਹੜਾ ਸੰਤ ਸਮਾਜ ਹੈ, ਦਮਦਮੀ ਟਕਸਾਲ ਮਹਿਤੇ ਵਾਲੇ ਜਿਹੜੇ ਨੇ, ਉਹਨਾਂ ਦਾ ਜਿਹੜਾ ਸੰਤ ਸਮਾਜ ਹੈ, ਮੈਂ ਬਾਬਾ ਹਰਨਾਮ ਸਿੰਘ ਅਤੇ ਇਹਨਾਂ ਦਾ ਜਿਹੜਾ ਸੰਤ ਸਮਾਜ ਕੱਲ੍ਹ ਇਕੱਠਾ ਹੋਇਆ ਸੀ, ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਸੌਦਾ ਸਾਧ ਨੇ ਇਹ ਸਾਰਾ ਕੁਝ ਸਵਾਂਗ ਰਚਿਆ ਅਤੇ ਜੋ ਕੁਝ ਹੋਇਆ, ਕਿੰਨੀਆਂ ਸ਼ਹੀਦੀਆਂ ਹੋਈਆਂ, ਉਸ ਵੇਲੇ ਸੰਤ ਸਮਾਜ ਕਿੱਥੇ ਸੀ? ਦੂਸਰਾ ਮੈਂ ਸਵਾਲ ਕਰਨਾ ਚਾਹੁੰਦਾ ਵੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2012 ਦੇ ਵਿੱਚ 3 ਦਿਨ ਇਲੈਕਸ਼ਨ ਤੋਂ ਪਹਿਲਾਂ ਇਹਦਾ ਜਿਹੜਾ ਕੇਸ ਵਾਪਸ ਲਿਆ ਸੌਦਾ ਸਾਧ ਦਾ, ਜਿਹਦੇ ਕਰਕੇ ਇੰਨਾ ਪੰਥ ਦੇ ਵਿੱਚ ਰੋਸ ਸੀ, ਜਿਸ ਬੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਰਾਬਰਤਾ ਕਰਨ ਦਾ ਯਤਨ ਕੀਤਾ, ਉਸ ਵੇਲੇ ਸੰਤ ਸਮਾਜ ਕਿੱਥੇ ਸੀ? ਇਹ ਸੰਤ ਸਮਾਜ ਉਦੋਂ ਕਿਉਂ ਨਹੀਂ ਬੋਲਿਆ? ਤੀਸਰੀ ਗੱਲ, ਜਦੋਂ ਧੱਕੇ ਦੇ ਨਾਲ ਇਸ ਪਰਿਵਾਰ ਨੇ ਉੱਥੇ ਜਥੇਦਾਰ ਆਪਣੀ ਕੋਠੀ ਵਿੱਚ ਸੱਦ ਕੇ ਅਤੇ ਸਾਡੀਆਂ ਤਖ਼ਤਾਂ ਦੀ ਤੋਹੀਨ ਕੀਤੀ, ਸਾਡੀਆਂ ਜਿਹੜੀਆਂ ਪਰੰਪਰਾਵਾਂ ਸਿੱਖ ਪੰਥ ਦੀਆਂ, ਗੁਰੂ ਪੰਥ ਦੀਆਂ ਜਿਹੜੀਆਂ ਸ਼ਕਤੀਆਂ ਵਜੋਂ ਵਰਤੇ ਜਾਂਦੇ ਜਿਹੜੇ ਸਾਡੇ ਤਖ਼ਤ ਨੇ, ਉਹਨਾਂ ਨੂੰ ਆਪਣਾ ਗੁਲਾਮ ਬਣਾ ਕੇ ਆਪਣੀ ਕੋਠੀ 'ਚ ਪੇਸ਼ ਕਰਨਾ, ਇਹ ਸਭ ਤੋਂ ਵੱਡੀ ਜਥੇਦਾਰਾਂ ਦੀ ਅਤੇ ਤਖ਼ਤਾਂ ਦੀ ਜਿਹੜੀ ਸਰਵਉੱਚਤਾ ਸੀ ਉਹਦੀ ਤੋਹੀਨ ਹੈ। ਔਰ ਇੱਕ ਜਥੇਦਾਰ ਗੁਰਮੁਖ ਸਿੰਘ ਦਮਦਮਾ ਸਾਹਿਬ ਖੁਦ ਆਪ ਇਹ ਔਨ ਰਿਕਾਰਡ ਸਟੇਟਮੈਂਟ ਉਹਨੇ ਦਿੱਤੀ ਆ ਵੀ ਸਾਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 3 ਜਥੇਦਾਰਾਂ ਨੂੰ ਉੱਥੇ ਕੋਠੀ ਦੇ ਵਿੱਚ ਸੱਦਿਆ ਸੀ। ਅਸੀਂ ਇਸ ਸੰਤ ਸਮਾਜ ਨੂੰ ਪੁੱਛਣਾ ਚਾਹੁੰਦੇ ਹਾਂ ਵੀ ਜਦੋਂ ਐਡੀ ਵੱਡੀ ਤਖ਼ਤ ਸਾਹਿਬਾਨਾਂ ਦੀ ਤੋਹੀਨ ਹੁੰਦੀ ਹੈ ਇਸ ਪਰਿਵਾਰ ਵੱਲੋਂ, ਉਦੋਂ ਸੰਤ ਸਮਾਜ ਕਿੱਥੇ ਸੀ? ਉਦੋਂ ਸੰਤ ਸਮਾਜ ਨੇ ਕਿਉਂ ਨਹੀਂ ਇਸ ਪਰਿਵਾਰ ਨੂੰ, ਇਸ ਪਾਰਟੀ ਨੂੰ ਕਿਉਂ ਨਹੀਂ ਕਿਹਾ ਵੀ ਅਕਾਲ ਤਖ਼ਤ ਸਾਹਿਬ ਜਾਂ ਜਿਹੜੇ ਤਖ਼ਤਾਂ ਦੇ ਜਥੇਦਾਰ ਆ, ਇਹਨਾਂ ਦੀ ਪਦਵੀ ਹਰੇਕ ਪਦਵੀ ਨਾਲੋਂ ਵੱਡੀ ਹੈ, ਇਹਨਾਂ ਨੂੰ ਤੁਸੀਂ ਆਪਣੀ ਕੋਠੀ 'ਚ ਕਿਉਂ ਬੁਲਾਇਆ? ਉੱਥੇ ਤੁਸੀਂ ਉੱਥੇ ਆਪ ਚੱਲ ਕੇ ਜਾਂਦੇ। ਤੀਸਰੀ ਗੱਲ, ਸ਼੍ਰੋਮਣੀ ਕਮੇਟੀ ਦੀ ਸ਼ਕਤੀ ਦੀ ਦੁਰਵਰਤੋਂ ਕਰਕੇ ਉਹਨੂੰ ਗੁਲਾਮ ਬਣਾਇਆ ਹੋਇਆ ਵਾ
ਤੇ ਉਸ ਪਹਿਲੋਂ ਤੇ ਮੁਆਫੀ ਦਵਾਈ ਇਹਨਾਂ ਦੇ ਕੋਲੋਂ। ਉਹਨੇ ਉਹ ਵੀ ਔਨ ਰਿਕਾਰਡ ਆ ਰਾਮ ਰਹੀਮ ਦਾ ਜਿਹੜਾ ਬਿਆਨ ਆ ਵੀ ਮੈਂ ਤਾਂ ਕੋਈ ਮਾਫੀ ਨਹੀਂ ਮੰਗੀ। ਉਹਨੇ ਕਿਹਾ ਮੈਂ ਕੋਈ ਚਿੱਠੀ ਨਹੀਂ ਭੇਜੀ। ਉਹਦਾ ਵੀ ਜਵਾਬ ਸੰਤ ਸਮਾਜ ਨੇ ਨਹੀਂ ਮੰਗਿਆ, ਨਾ ਸ਼੍ਰੋਮਣੀ ਕਮੇਟੀ ਕੋਲੋਂ ਮੰਗਿਆ, ਨਾ ਬਾਦਲ ਦਲ ਕੋਲੋਂ ਮੰਗਿਆ ਵੀ ਹਾਂ ਦੱਸੋ ਜਿਹੜੀ ਮਾਫੀ ਉਹਨੇ ਮੰਗੀ ਨਹੀਂ, ਤੁਸੀਂ ਤਖਤਾਂ ਦੇ ਜਥੇਦਾਰਾਂ ਦੇ ਕੋਲੋਂ ਉਹ ਮੁਆਫੀ ਕਿਵੇਂ ਦਵਾ ਦਿੱਤੀ ਤੁਸੀਂ। ਫਿਰ ਉਸ ਮੁਆਫੀ ਨੂੰ ਤੁਸੀਂ ਸਿੱਧ ਕਰਨ ਵਾਸਤੇ ਦੇਖੋ, ਸ਼੍ਰੋਮਣੀ ਕਮੇਟੀ ਜਿੰਨੀਆਂ ਵੀ ਗੁਰੂ ਕੀਆਂ ਗੋਲਕਾਵਾਂ ਉਹਦੀਆਂ ਸੰਗਤਾਂ ਆਪਣੀ ਸ਼ਰਧਾ ਦੇ ਨਾਲ, ਆਪਣੀ ਭਾਵਨਾ ਦੇ ਨਾਲ, ਆਪਣੀ ਕਿਰਤ ਕਮਾਈ ਨੂੰ ਸਫਲ ਕਰਦਿਆਂ ਹੋਇਆਂ, ਕੋਈ 10 ਰੁਪਈਏ, ਕੋਈ ਆਪਣੀ ਸਮਰੱਥਾ ਅਨੁਸਾਰ ਉਹ ਸੇਵਾਵਾਂ ਹੁੰਦੀਆਂ ਗੁਰੂ ਕੀਆਂ ਗੋਲਕਾਂ ਦੇ ਵਿੱਚ, ਉਹ ਸੇਵਾ ਪਹੁੰਚਦੀ ਤਾਂ ਜੋ ਉਹ ਮਾਇਆ ਵਾ ਉਹ ਲੰਗਰਾਂ ਤੇ ਕੌਮ ਦੀ ਚੜ੍ਹਦੀ ਕਲਾ ਲਈ, ਕੌਮ ਦੀ ਪਨੀਰੀ ਦੇ ਭਵਿੱਖ ਲਈ, ਐਜੂਕੇਸ਼ਨ ਲਈ, ਗੁਰਮਤਿ ਦੇ ਪ੍ਰਚਾਰ ਲਈ, ਜਿੰਨੀਆਂ ਵੀ ਕੌਮ ਨੂੰ ਦਰਪੇਸ਼ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਹੱਲ ਲਈ ਉਹ ਮਾਇਆ ਜਿਹੜੀ ਉਹ ਵਰਤੀ ਜਾਵੇ। ਪਰ ਉਹ ਮਾਇਆ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਨੇ 95 ਲੱਖ ਦੇ ਕਰੀਬ ਉਹ ਮਾਇਆ ਰਾਮ ਰਹੀਮ ਦੀ ਮਾਫੀ ਨੂੰ ਸਿੱਧ ਕਰਨ ਵਾਸਤੇ ਉਹ ਗੁਰੂ ਕੀ ਗੋਲਕ ਦੇ ਵਿੱਚ 95 ਲੱਖ ਰੁਪਈਆ ਉਹ ਲਾਇਆ ਗਿਆ। ਉਦੋਂ ਇਹ ਸੰਤ ਸਮਾਜ ਕਿੱਥੇ ਸੀ? ਇਸ ਸੰਤ ਸਮਾਜ ਨੇ ਅੱਜ ਇਹ ਸੰਤ ਸਮਾਜ ਕਹਿ ਰਿਹਾ, ਬਾਬਾ ਹਰਨਾਮ ਸਿੰਘ ਇਹ ਗੱਲ ਕਹਿ ਰਿਹਾ ਵੀ ਸੰਤ ਸਮਾਜ ਤੇ ਸ਼੍ਰੋਮਣੀ ਕਮੇਟੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ। ਕੱਲ ਮੈਂ ਉਹਨਾਂ ਦਾ ਬਿਆਨ ਸੁਣ ਰਿਹਾ ਸੀ। ਮੋਢੇ ਨਾਲ ਮੋਢਾ ਜੋੜਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਜੋ ਤੁਹਾਨੂੰ ਉਹ ਕਹੀ ਜਾਣ ਤੁਸੀਂ ਉਹ ਪਿੱਛੇ ਪਿੱਛੇ ਮੰਨਦੇ ਚਲੋ, ਉਹਨਾਂ ਦੀ ਲਕੀਰ ਦੇ ਮਗਰ ਮਗਰ ਤੁਰੇ ਜਰੋ। ਇਹਨੂੰ ਪਿੱਛੇ ਲੱਗਣ ਹੁੰਦਾ। ਸੰਤ ਸਮਾਜ ਨੂੰ ਕੋਈ ਕਮਾਂਡ ਕਰ ਰਿਹਾ? ਹਾਂ, ਸੰਤ ਸਮਾਜ ਨੂੰ ਕਮਾਂਡ ਕਰ ਰਿਹਾ, ਬਾਦਲ ਪਰਿਵਾਰ ਕਰ ਰਿਹਾ। ਇਹ ਜਿੰਨੇ ਵੀ ਸੰਤ ਕੱਲ ਪਹੁੰਚੇ ਨੇ ਨਾ, ਸਾਰਿਆਂ ਸੰਤਾਂ ਨੂੰ ਅਸੀਂ ਬੇਨਤੀ ਕਰਕੇ ਪੁੱਛਣਾ ਚਾਹੁੰਦੇ, ਅਸੀਂ ਪੁੱਛਣਾ ਚਾਹੁੰਦੇ ਹਾਂ ਵੀ ਜਦੋਂ ਸ਼੍ਰੋਮਣੀ ਕਮੇਟੀ ਨੇ ਗੁਰੂ ਕੀ ਗੋਲਕ ਵਿੱਚੋਂ 95 ਲੱਖ ਰੁਪਈਆ ਬੇਮਤਲਬਾ ਸੌਦੇ ਸਾਧ ਦੀ ਮੁਆਫੀ ਨੂੰ ਸਿੱਧ ਕਰਨ ਵਾਸਤੇ ਖਰਚ ਕੀਤਾ, ਉਦੋਂ ਇਹ ਸੰਤ ਸਮਾਜ ਕਿੱਥੇ ਸੀ? ਇਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ ਪੁੱਛਿਆ? ਤੀਸਰੀ ਬੇਨਤੀ ਮੈਂ ਇਹ ਪੁੱਛਣਾ ਚਾਹੁੰਦਾ ਇਹ ਸੰਤ ਸਮਾਜ ਨੂੰ, ਇਹਨਾਂ ਦਾ ਟੀਚਾ ਕੀ ਹੈ? ਇਹ ਪੰਥ ਦੀਆਂ ਗੱਲਾਂ ਕਰਦੇ, ਇਹਨਾਂ ਦਾ ਪੰਥ ਕਿਹੜਾ ਵਾ? ਗੁਰੂ ਗ੍ਰੰਥ ਸਾਹਿਬ ਵਾਲਾ ਪੰਥ ਆ ਜਾਂ ਇਹਨਾਂ ਦਾ ਕਿਸੇ ਪਾਰਟੀ ਰਾਜਨੀਤਿਕ ਜਾਂ ਬਾਦਲ ਪਰਿਵਾਰ ਕਿਹੜੇ ਪੰਥ ਨੂੰ ਇਹ ਫੋਲੋ ਕਰਦੇ ਆ? ਦੱਸਣ ਤੇ ਸਹੀ। ਜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਥ ਨੂੰ, ਗੁਰੂਆਂ ਦੇ ਪੰਥ ਨੂੰ ਇਹ ਸੰਤ ਸਮਾਜ ਫੋਲੋ ਕਰਦਾ ਵਾ, ਫੇਰ ਜਦੋਂ 328 ਸਰੂਪ ਗਾਇਬ ਹੋਏ ਆ ਸ਼੍ਰੋਮਣੀ ਕਮੇਟੀ ਵੱਲੋਂ, ਉੱਥੇ ਆਮ ਸਿੱਖਾਂ ਵੱਲੋਂ ਧਰਨਾ ਦਿੱਤਾ ਗਿਆ, ਉਹਨਾਂ ਨੂੰ ਕੁੱਟਿਆ ਗਿਆ, ਉਹਨਾਂ ਨੂੰ ਮਾਰਿਆ ਗਿਆ, ਉੱਥੇ ਬੀਬੀਆਂ ਨੂੰ ਵੀ ਗੰਦੀਆਂ ਗਾਲਾਂ ਕੱਢੀਆਂ ਗਈਆਂ ਉਹਨਾਂ ਵੱਲੋਂ, ਉਹਨਾਂ ਦੇ ਠੁੱਡ ਮਾਰੇ ਗਏ। ਉਸ ਵੇਲੇ ਸੰਤ ਸਮਾਜ ਕਿੱਥੇ ਸੀ? ਇਹ ਮੋਢੇ ਨਾਲ ਮੋਢਾ ਜੋੜਨ ਵਾਲਾ ਸੰਤ ਸਮਾਜ 328 ਸਰੂਪਾਂ ਬਾਬਤ ਕਿਉਂ ਨਹੀਂ ਪੁੱਛਦਾ? ਇਹ ਸੰਤ ਸਮਾਜ ਉਦੋਂ ਵੀ ਬੋਲਿਆ ਸੀ ਜੀ ਜਦੋਂ ਬੇਅਦਬੀ ਹੁੰਦੀ ਹੈ, ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦੀ ਜਗ੍ਹਾ ਤੇ ਨੌਜਵਾਨ ਸ਼ਹੀਦ ਹੁੰਦੇ ਆ, ਸੰਤ ਸਮਾਜ ਉਦੋਂ ਆਇਆ ਸੀ ਸਾਹਮਣੇ? ਉਦੋਂ ਬਿਲਕੁਲ ਨਹੀਂ ਆਇਆ। ਇਹ ਸੰਤ ਸਮਾਜ ਨਹੀਂ ਆਇਆ। ਕੁਝ ਸੰਤ, ਕੁਝ ਸੰਪਰਦਾਵਾਂ ਬੜੀ ਚੜ੍ਹਦੀ ਕਲਾ ਨਾਲ ਉੱਥੇ ਪਹੁੰਚੀਆਂ, ਉਹਨਾਂ ਨੇ ਆਪਣਾ ਯੋਗਦਾਨ ਵੀ ਪਾਇਆ। ਔਰ ਖਾਸ ਕਰਕੇ ਜਿਹੜਾ ਸਾਡਾ ਨੌਜਵਾਨ ਵਰਗ ਆ, ਭਾਵੇਂ ਉਹ ਕਲੀਨ ਸ਼ੇਵ ਨੇ, ਉਹ ਨੌਜਵਾਨ ਜਿਹੜੇ ਨੇ ਭਾਵੇਂ ਕਲੀਨ ਸ਼ੇਵ ਨੇ, ਜਦੋਂ ਸਿੱਖ ਕੌਮ ਉਦੋਂ ਰੋਹ ਵਿੱਚ ਆਈ, ਰੋਸ ਵਜੋਂ ਪੁਲਾਂ ਤੇ ਸੜਕਾਂ ਤੇ ਧਰਨੇ ਲੱਗਿਆ, ਜਿਨ੍ਹਾਂ ਨੂੰ ਤੁਸੀਂ ਕਲੀਨ ਸ਼ੇਵ ਨੌਜਵਾਨਾਂ ਨੂੰ ਆਪਣੇ ਲਾਗੇ ਵੀ ਨਹੀਂ ਕਿ ਲੱਗਣ ਦਿੰਦੇ। ਇਹ ਨੌਜਵਾਨ ਵੀਰ ਜਿਹੜੇ ਸੀ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਉੱਥੇ ਖੜੇ ਸੀ। ਅੱਛਾ, ਮੈਂ ਤੇ ਗੱਲ ਕਰਨੀ ਚਾਹੁੰਦਾ ਜੀ, ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ ਜ਼ਿਕਰ ਹੋ ਰਿਹਾ ਸੀ, ਉਹਨਾਂ ਦੇ ਵਿੱਚ ਭਾਈ ਸਾਹਿਬ ਕਰਕੇ ਸੰਬੋਧਨ ਆਉਂਦਾ ਸੀਗਾ ਕਿ ਪਹਿਲਾਂ ਭਾਈ ਸਾਹਿਬ, ਫਿਰ ਉਹਦਾ ਨਾਮ ਤੇ ਫਿਰ ਸਿੰਘ ਤੇ ਫਿਰ ਪਿੰਡ ਦਾ ਨਾਮ ਜ਼ਿਕਰ ਕੀਤਾ ਜਾਂਦਾ ਸੀ। ਹੁਣ ਅੱਜ ਕੱਲ੍ਹ ਆ ਗਏ ਨੇ ਅਕਾਲੀ ਦਲ। ਹਾਂਜੀ, ਮੈਂ ਖਾਸ ਕਰਕੇ ਬਾਬਾ ਹਰਨਾਮ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ। ਬਾਬਾ ਹਰਨਾਮ ਸਿੰਘ ਜੀ, ਜਿਸ ਪਾਰਟੀ ਦੀ ਤੁਸੀਂ ਹਮਾਇਤ ਕਰ ਰਹੇ ਹੋ, ਉਸ ਪਾਰਟੀ ਨੇ ਤੇ ਸ਼ਿਵ ਸੈਨਾ ਦੇ ਨਾਲ ਵੀ ਰਲੇਵਾਂ ਕਰ ਲਿਆ, ਤੇ ਸ਼ਿਵ ਸੈਨਾ ਜਿਹੜੀ ਆ ਉਹ ਆਏ ਦਿਨ ਸ਼ਿਵ ਸੈਨਾ ਵਾਲੇ ਜਿਹੜੇ ਆ ਉਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਪ੍ਰਤੀ ਅਪਸ਼ਬਦ ਬੋਲਦੇ ਆ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇੰਨੀਆਂ ਗੰਦੀਆਂ ਗੱਲਾਂ ਕਰਦੇ ਆ ਵੀ ਜਿਹੜੀਆਂ ਆਪਾਂ ਕਹਿ ਨਹੀਂ ਸਕਦੇ। ਕੀ ਅਸੀਂ ਪੁੱਛਣਾ ਚਾਹੁੰਦੇ, ਪੂਰੀ ਕੌਮ ਤੁਹਾਨੂੰ ਪੁੱਛਣਾ ਚਾਹੁੰਦੀ ਹੈ ਵੀ ਐਤਕੀ ਆਉਣ ਵਾਲਾ ਜਿਹੜਾ 6 ਜੂਨ ਆ ਉਹ ਤੁਸੀਂ ਕਿਸ ਤਰੀਕੇ ਨਾਲ ਮਨਾਓਗੇ? ਕਿਉਂਕਿ ਜਿਸ ਪਾਰਟੀ ਦੀ ਤੁਸੀਂ ਹਮਾਇਤ ਕਰ ਰਹੇ ਹੋ, ਉਸ ਜਿੱਦਾਂ ਤੁਸੀਂ ਉਸ ਪਾਰਟੀ ਦੇ ਮੈਂਬਰ ਹੋ ਨਾ, ਇੱਦਾਂ ਉਸ ਪਾਰਟੀ ਦੀ ਸ਼ਿਵ ਸੈਨਾ ਵੀ ਮੈਂਬਰ ਬਣ ਚੁੱਕੀ ਹੈ। ਹੁਣ ਤਾਂ ਤੁਸੀਂ ਇੱਕ ਪਰਿਵਾਰ ਹੋ ਚੁੱਕੇ ਹੋ। ਹੁਣ
ਤੁਹਾਡੀ ਪਾਰਟੀ ਔਰ ਸ਼ਿਵ ਸੈਨਾ ਤੁਸੀਂ ਇੱਕ ਹੋ ਚੁੱਕੇ ਹੋ। ਤੁਸੀਂ ਜਵਾਬ ਦਿਓ ਵੀ ਅੱਜ ਤੋਂ ਕੱਲ ਤੋਂ ਬਾਅਦ ਜਦੋਂ ਦਾ ਤੁਸੀਂ ਰਲੇਵਾਂ ਕੀਤਾ ਇਸ ਤਰੀਕੇ ਦੇ ਨਾਲ, ਸ਼ਿਵ ਸੈਨਾ ਵੱਲੋਂ ਹੁਣ ਜਦੋਂ ਵੀ ਕਦੀ ਸੰਤ ਬਾਬਾ ਜਰਨੈਲ ਸਿੰਘ ਦੀ ਉਲਟ ਕੋਈ ਸਟੇਟਮੈਂਟ ਦਿੱਤੀ ਜਾਊਗੀ ਜਾਂ ਸੰਤ ਬਾਬਾ ਜਰਨੈਲ ਸਿੰਘ ਜੀ ਤੇ 6 ਜੂਨ ਦੇ ਸ਼ਹੀਦਾਂ ਦੇ ਪ੍ਰਤੀ ਅਪਸ਼ਬਦ ਬੋਲੇ ਜਾਣਗੇ, ਕਿ ਉਸ ਦੇ ਭਾਗੀਦਾਰ ਤੁਸੀਂ ਵੀ ਹੋਵੋਗੇ। ਹੁਣ ਜੀ ਤੁਸੀਂ ਜਿਹੜਾ ਤੁਹਾਡੇ ਨਾਲ ਜੁੜਿਆ ਸੰਤ ਸਮਾਜ ਹੈ, ਜਿੰਨੇ ਵੀ ਬਾਕੀ ਹੋਰ ਸੰਤ ਮਹਾਂਪੁਰਖ ਨੇ, ਤਾਂ ਤੁਸੀਂ ਕੱਲ੍ਹ ਵਾਲੀ ਜੋ ਘਟਨਾ ਹੈ ਇਹਦੇ ਸਹਿਮਤ ਹੋ, ਇਹਦੇ ਹੱਕ 'ਚ ਹੋ? ਪੂਰੀ ਕੌਮ ਤੁਸੀਂ ਬਾਬਾ ਹਰਨਾਮ ਸਿੰਘ ਜੀ ਧੁੰਮਾ ਜਿਹੜੇ ਨੇ ਉਹਨਾਂ ਨਾਲ ਸਹਿਮਤ ਹੋ? ਮੈਂ ਤੁਹਾਨੂੰ ਬੇਨਤੀ ਕਰਦਾ, ਤੁਸੀਂ ਆਪਣਾ ਕੈਮਰਾ ਲੈ ਕੇ ਜਿੰਨੇ ਵੀ ਚੈਨਲਾਂ ਵਾਲੇ ਨੇ ਉਸ ਜਨਤਾ 'ਚ ਚਲੇ ਜਾਣ, ਕੌਮ 'ਚ ਚਲੇ ਜਾਣ, ਕੌਮ ਨੂੰ ਤੁਸੀਂ ਪੁੱਛ ਲਓ ਵੀ ਕੋਈ ਵੀ ਇਸ ਚੀਜ਼ ਦੇ ਨਾਲ ਸਹਿਮਤ ਹੈ, ਕੋਈ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ। ਅਸੀਂ ਇਸ ਚੀਜ਼ ਦਾ ਕੱਲ੍ਹ ਵਾਲੀ ਜਿਹੜੀ ਮਹਿਤਾ ਚੌਂਕ ਵਿਖੇ ਸੰਤ ਸਮਾਜ ਦੀ ਜੋ ਮੀਟਿੰਗ ਹੋਈ ਆ ਤੇ ਜਿਹੜੀ ਉਹਨਾਂ ਨੇ ਹਮਾਇਤ ਕੀਤੀ, ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ, ਕਿਉਂਕਿ ਇਸ ਪਾਰਟੀ ਨੇ ਬਾਣੀ ਪੜ੍ਹਦੀਆਂ ਸੰਗਤਾਂ ਦੇ ਕੋਟਕਪੂਰੇ ਧਰਨੇ ਵਿੱਚ ਇਹਨਾਂ ਨੇ ਗੋਲੀਆਂ ਮਾਰੀਆਂ। ਆਮ ਜਦੋਂ ਕਿਤੇ ਪ੍ਰਦਰਸ਼ਨ ਹੁੰਦੇ ਆ, ਜਾਮ ਲੱਗਦੇ ਆ, ਸੜਕਾਂ ਬੰਦ ਕੀਤੀਆਂ ਜਾਂਦੀਆਂ, ਰੇਲਾਂ ਬੰਦ ਕੀਤੀਆਂ ਜਾਂਦੀਆਂ, ਉਹਨਾਂ ਨਾਲ ਵੀ ਇੰਨਾ ਧੱਕਾ ਨਹੀਂ ਕੀਤਾ ਜਾਂਦਾ, ਕਦੀ ਕਿਸੇ ਨੂੰ ਗੋਲੀਆਂ ਨਹੀਂ ਮਾਰੀਆਂ ਜਾਂਦੀਆਂ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ ਬੈਠੀ ਹੋਈ ਸੰਗਤ ਤੇ ਗੋਲੀਆਂ ਮਾਰੀਆਂ ਔਰ 2 ਸਾਡੇ ਸਿੰਘ ਸ਼ਹੀਦ ਕੀਤੇ ਉੱਥੇ। ਇਹਨਾਂ ਦੀ ਹਮਾਇਤ ਕਰਨ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ।